शेर जंगल का महान राजा। ਉਹ ਜਿਰਾਫ ਜਿੰਨਾ ਲੰਬਾ ਨਹੀਂ, ਹਾਥੀ ਜਿੰਨਾ ਵਜ਼ਨਦਾਰ ਤੇ ਵਿਸ਼ਾਲ ਨਹੀਂ, ਨਾ ਹੀ ਚੀਤੇ ਦੀ ਤਰ੍ਹਾਂ ਫਰਤੀਲਾ ਹੁੰਦਾ ਹੈ ਤੇ ਨਾ ਹੀ ਲੂੰਬੜੀ ਦੀ ਤਰ੍ਹਾਂ ਚਲਾਕ, ਪਰ ਫਿਰ ਵੀ ਉਹ ਸਭ ਜਾਨਵਰਾਂ ਤੇ ਰਾਜ ਕਰਦਾ ਹੈ। ਇਸ ਦੁਨੀਆ ਵਿੱਚ ਜੋ ਵੀ ਪੈਦਾ ਹੁੰਦਾ ਹੈ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੁੰਦਾ ਹੈ। ਸ਼ੇਰ ਵੀ ਜਦ ਇਸ ਦੁਨੀਆ ਤੇ ਆਉਂਦਾ ਹੈ ਉਹ ਵੀ ਇੱਕ ਬੱਚਾ ਹੁੰਦਾ ਹੈ। ਦੂਸਰੇ ਜਾਨਵਰਾਂ ਦੀ ਤਰ੍ਹਾਂ ਮਾਸੂਮ, ਨਾਦਾਨ ਤੇ ਸ਼ਰਾਰਤੀ ਸ਼ੇਰ ਦਾ ਬੱਚਾ ਵੀ ਹੌਲੀ ਹੌਲੀ ਵੱਡਾ ਹੋਣ ਲੱਗਦਾ ਹੈ। ਵਕਤ ਬੀਤਦਾ ਰਹਿੰਦਾ ਹੈ। ਬਾਕੀ ਜਾਨਵਰਾਂ ਦੀ ਤਰ੍ਹਾਂ ਸ਼ੇਰ ਦਾ ਬੱਚਾ ਵੀ ਜਵਾਨ ਹੋਣ ਲੱਗਦਾ ਹੈ। ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਹੈ ਜਦੋਂ ਸ਼ੇਰ ਦੇ ਬੱਚੇ ਦੇ ਹਾਣ ਦੇ ਸਾਰੇ ਜਾਨਵਰ ਵੱਡੇ ਹੋ ਚੁੱਕੇ ਹੁੰਦੇ ਹਨ, ਲੇਕਿਨ ਉਦੋਂ ਤੱਕ ਸਭ ਕੁਝ ਬਦਲ ਚੁੱਕਿਆ ਹੁੰਦਾ ਹੈ। ਜੰਗਲ ਦੇ ਬਾਕੀ ਜਾਨਵਰ ਵੀ ਭਾਵੇਂ ਵੱਡੇ ਤਾਂ ਹੋ ਜਾਂਦੇ ਹਨ, ਪਰ ਸ਼ੇਰ ਹੀ ਜੰਗਲ ਦਾ ਰਾਜਾ ਬਣਦਾ ਹੈ ਤੇ ਉਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਉਹ ਕਿਹੜੇ ਗੁਣ ਹਨ ਜੋ ਸ਼ੇਰ ਨੂੰ ਰਾਜਾ ਬਣਾਉਂਦੇ ਹਨ? ਸ਼ੇਰ ਦੀ ਜ਼ਿੰਦਗੀ ਤੋਂ ਅਸੀਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਸਾਨੂੰ ਜ਼ਰੂਰਤ ਹੈ ਸ਼ੇਰ ਦੇ ਉਹਨਾਂ ਗੁਣਾਂ ਨੂੰ ਜਾਣਨ ਦੀ ਜੋ ਸ਼ੇਰ ਨੂੰ ਪੂਰੇ ਜੰਗਲ ਦਾ ਰਾਜਾ ਬਣਾ ਦਿੰਦੇ ਹਨ, ਤੇ ਸਾਨੂੰ ਵੀ ਉਹ ਗੁਣ ਆਪਣੀ ਜ਼ਿੰਦਗੀ ਦਾ ਅਤੇ ਇਸ ਦੁਨੀਆ ਦਾ ਰਾਜਾ ਬਣਾ ਸਕਦੇ ਹਨ। ਸ਼ੇਰ ਦਾ ਬੱਚਾ ਵੀ ਓਨਾ ਹੀ ਮਾਸੂਮ ਹੁੰਦਾ ਹੈ ਜਿੰਨੇ ਦੂਸਰੇ ਜਾਨਵਰ ਬਚਪਨ ਵਿੱਚ ਹੁੰਦੇ ਹਨ। ਸ਼ੇਰ ਦੇ ਖੂਨ ਵਿੱਚ ਇੱਕ ਇਹੋ ਜਿਹਾ ਗੁਣ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਉਹ ਚਾਹ ਕੇ ਵੀ ਦੂਜੇ ਜਾਨਵਰਾਂ ਵਰਗਾ ਨਹੀਂ ਬਣ ਸਕਦਾ। ਉਹ ਬਚਪਨ ਵਿੱਚ ਹੀ ਸ਼ਿਕਾਰ ਕਰਨ ਦੇ ਦਾਅ ਪੇਚ ਸਿੱਖਣੇ ਸ਼ੁਰੂ ਕਰ ਦਿੰਦਾ ਹੈ। ਨੰਨਾ ਬੱਚਾ ਆਪਣੇ ਮਾਂ-ਬਾਪ ਨੂੰ ਵੇਖ ਕੇ ਸਭ ਕੁਝ ਸਿੱਖਦਾ ਰਹਿੰਦਾ ਹੈ। ਉਹ ਸਿੱਖਦਾ ਹੈ ਕਿ ਸ਼ਿਕਾਰ ਕਿਵੇਂ ਕੀਤਾ ਜਾਵੇ ਤੇ ਤਾਕਤਵਰ ਕਿਵੇਂ ਬਣਿਆ ਜਾਂਦਾ ਹੈ। ਬੱਚਾ ਭਾਵੇਂ ਬਹੁਤ ਛੋਟਾ ਹੁੰਦਾ ਹੈ, ਪਰ ਉਸ ਦੀਆਂ ਛੋਟੀਆਂ-ਛੋਟੀਆਂ ਅੱਖਾਂ ਸਭ ਕੁਝ ਵੇਖ ਰਹੀਆਂ ਹੁੰਦੀਆਂ ਹਨ। ਸ਼ੇਰ ਸਮੇਂ ਦੇ ਨਾਲ-ਨਾਲ ਸਭ ਕੁਝ ਸਿੱਖਦਾ ਰਹਿੰਦਾ ਹੈ। ਇਨਸਾਨ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਜਿੰਨਾ ਜਲਦੀ ਤੇ ਜਿੰਨਾ ਜ਼ਿਆਦਾ ਸਿੱਖਣ ਨੂੰ ਮਿਲੇ, ਸਿੱਖਣਾ ਚਾਹੀਦਾ ਹੈ। ਇਸ ਦੁਨੀਆ ਵਿੱਚ ਕਈ ਇਹੋ ਜਿਹੇ ਮਹਾਨ ਲੋਕ ਹਨ ਜੋ ਕਿ ਕੁਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ। ਸਿੱਖਣ ਦਾ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸਾਨੂੰ ਜਦੋਂ ਮੌਕਾ ਮਿਲੇ ਕੁਝ ਨਵਾਂ ਸਿੱਖਣਾ ਚਾਹੀਦਾ ਹੈ। ਇੱਥੋਂ ਤੱਕ ਕਿ ਆਪਣੇ ਦੁਸ਼ਮਣ ਤੋਂ ਵੀ ਕੁਝ ਸਿੱਖਣ ਨੂੰ ਮਿਲੇ ਤਾਂ ਸਿੱਖ ਲੈਣਾ ਚਾਹੀਦਾ, ਕਿਉਂਕਿ ਅਸੀਂ ਜੋ ਕੁਝ ਵੀ ਸਿੱਖਦੇ ਹਾਂ ਉਹ ਸਾਡੀ ਜ਼ਿੰਦਗੀ ਦੇ ਚੰਗੇ ਬੁਰੇ ਵਕਤ ਵਿੱਚ ਸਾਡੇ ਕੰਮ ਆਉਂਦਾ ਹੈ। ਸ਼ੇਰ ਨੂੰ ਜੋ ਮਜ਼ਬੂਤ ਬਣਾਉਂਦੀ ਹੈ ਉਹ ਹੁੰਦੀ ਹੈ ਟ੍ਰੇਨਿੰਗ। ਨੰਨਾ ਬੱਚਾ ਜਦੋਂ ਆਪਣੇ ਮਾਤਾ-ਪਿਤਾ ਨੂੰ ਸ਼ਿਕਾਰ ਕਰਦਿਆਂ ਵੇਖਦਾ ਹੈ, ਉਹਨਾਂ ਨੂੰ ਸ਼ਿਕਾਰ ਕਰਦਿਆਂ ਵੇਖ ਕੇ ਨੰਨਾ ਬੱਚਾ ਆਪਣੇ ਨੰਨੇ ਸਾਥੀਆਂ ਦੇ ਨਾਲ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ਕਿ ਉਹ ਸੱਚਮੁੱਚ ਇੱਕ ਦੂਜੇ ਦਾ ਸ਼ਿਕਾਰ ਕਰ ਰਹੇ ਹੋਣ। ਨੰਨਾ ਸ਼ੇਰ ਛੋਟੇ-ਛੋਟੇ ਜਾਨਵਰਾਂ ਨੂੰ ਆਪਣਾ ਟਾਰਗੇਟ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਉਹਨਾਂ ਦਾ ਸ਼ਿਕਾਰ ਕਰਨ ਤੋਂ ਬਾਅਦ ਹੌਲੀ-ਹੌਲੀ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਨਾ ਸਿੱਖ ਜਾਵੇ। ਟ੍ਰੇਨਿੰਗ ਇੱਕ ਇਹੋ ਜਿਹੀ ਵਿਧੀ ਹੈ ਜੋ ਇਨਸਾਨ ਨੂੰ ਬਹੁਤ ਮਜ਼ਬੂਤ ਬਣਾ ਸਕਦੀ ਹੈ ਤੇ ਕੁਝ ਵੀ ਸਿਖਾ ਸਕਦੀ ਹੈ। ਸੈਨਾ ਦੇ ਜਵਾਨ ਵੀ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਲੜਨ ਦੀ ਸਮਰੱਥਾ ਰੱਖਦੇ ਹਨ। ਇਸੇ ਤਰ੍ਹਾਂ ਡਾਕਟਰ ਤੇ ਇੰਜੀਨੀਅਰ ਵੀ ਕੜੀ ਟ੍ਰੇਨਿੰਗ ਤੋਂ ਬਾਅਦ ਹੀ ਆਪਣੀ ਫੀਲਡ ਵਿੱਚ ਕਾਮਯਾਬ ਹੁੰਦੇ ਹਨ। ਸੈਲਫ ਰੇਲਿੰਗ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵਡਮੁੱਲਾ ਹਿੱਸਾ ਹੈ। ਜੇਕਰ ਤੁਹਾਡੀ ਜ਼ਿੰਦਗੀ ਦੀ ਟ੍ਰੇਨਿੰਗ ਚੰਗੀ ਹੈ ਤਾਂ ਤੁਹਾਡੇ ਅੱਗੇ ਕੋਈ ਵੀ ਸਮੱਸਿਆ ਬਹੁਤ ਛੋਟੀ ਹੈ। ਤੁਸੀਂ ਕਿਸੇ ਵੀ ਮੁਸ਼ਕਲ ਤੋਂ ਮੁਸ਼ਕਲ ਵਕਤ ਚੋਂ ਨਿਕਲ ਕੇ ਬਾਹਰ ਆ ਸਕਦੇ ਹੋ ਜੇਕਰ ਤੁਸੀਂ ਕੋਈ ਚੰਗੀ ਟ੍ਰੇਨਿੰਗ ਲਈ ਹੋਵੇ। ਸ਼ੇਰ ਕਿਸੇ ਵੀ ਜਾਨਵਰ ਨੂੰ ਝੱਟ ਹੀ ਆਪਣਾ ਸ਼ਿਕਾਰ ਨਹੀਂ ਬਣਾਉਂਦਾ, ਸਗੋਂ ਉਹ ਕਿਸੇ ਝਾੜੀ ਦੇ ਪਿੱਛੇ ਛੁਪ ਜਾਂਦਾ ਹੈ ਤੇ ਆਪਣੇ ਸ਼ਿਕਾਰ ਨੂੰ ਟਾਰਗੇਟ ਕਰਦਾ ਹੋਇਆ ਸਹੀ ਵਕਤ ਆਉਣ ਦਾ ਇੰਤਜ਼ਾਰ ਕਰਦਾ ਹੈ। ਕਈ ਵਾਰ ਤਾਂ ਸ਼ੇਰ ਨੂੰ ਲੰਬੇ ਸਮੇਂ ਲਈ ਵੀ ਛੁਪ ਕੇ ਬੈਠਣਾ ਪੈਂਦਾ ਹੈ ਤਾਂ ਕਿ ਸ਼ਿਕਾਰ ਉਸਦੇ ਹੱਥਾਂ ਵਿੱਚੋਂ ਨਿਕਲ ਨਾ ਜਾਏ। ਜਦੋਂ ਜਾਨਵਰਾਂ ਦਾ ਝੁੰਡ ਉੱਥੋਂ ਦੀ ਗੁਜ਼ਰ ਰਿਹਾ ਹੁੰਦਾ ਹੈ ਤਾਂ ਫਿਰ ਸ਼ੇਰ ਜਲਦਬਾਜ਼ੀ ਨਹੀਂ ਕਰਦਾ, ਸਗੋਂ ਬੜੇ ਹੀ ਧੀਰਜ ਦੇ ਨਾਲ ਆਪਣੇ ਸ਼ਿਕਾਰ ਨੂੰ ਚੁਣਦਾ ਹੈ ਤੇ ਸਹੀ ਯੋਜਨਾਬੰਦੀ ਬਣਾਉਂਦਾ ਹੈ। ਸ਼ੇਰ ਕਦੇ ਵੀ ਬਿਨਾਂ ਸੋਚੇ ਸਮਝੇ ਸ਼ਿਕਾਰ ਨਹੀਂ ਕਰਦਾ, ਇਸੇ ਲਈ ਤਾਂ ਉਸ ਨੂੰ ਜੰਗਲ ਦੇ ਰਾਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇਕਰ ਉਹ ਬਿਨਾਂ ਪਲੈਨਿੰਗ ਦੇ ਤੇ ਜਲਦਬਾਜ਼ੀ ਦੇ ਨਾਲ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੰਗਲ ਦਾ ਰਾਜਾ ਕਹਿਲਾਉਣ ਦੇ ਲਾਇਕ ਨਹੀਂ ਰਹੇਗਾ।
ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਧੀਰਜ ਬਹੁਤ ਜ਼ਰੂਰੀ ਹੈ। ਅਸਲ ਵਿੱਚ ਕੀ ਹੁੰਦਾ ਹੈ ਕਿ ਅਸੀਂ ਬਿਨਾਂ ਸੋਚੇ ਸਮਝੇ ਜਿਵੇਂ ਕੋਈ ਦੂਸਰਾ ਸਾਨੂੰ ਕਹਿੰਦਾ ਹੈ ਅਸੀਂ ਉਵੇਂ ਹੀ ਕਰਦੇ ਰਹਿੰਦੇ ਹਾਂ। ਥੋੜ੍ਹੇ ਸਮੇਂ ਵਿੱਚ ਹੀ ਸਾਡਾ ਟਾਰਗੇਟ ਬਦਲ ਜਾਂਦਾ ਹੈ। ਫਿਰ ਅਸੀਂ ਆਪਣੇ ਪਹਿਲੇ ਟਾਰਗੇਟ ਨੂੰ ਵੀ ਪਿੱਛੇ ਛੱਡ ਕੇ ਦੂਜੇ ਟਾਰਗੇਟ ਵੱਲ ਦੌੜ ਪੈਂਦੇ ਹਾਂ। ਇਸੇ ਤਰ੍ਹਾਂ ਜਲਦਬਾਜ਼ੀ ਕਰਕੇ ਅਸੀਂ ਕੋਈ ਵੀ ਟਾਰਗੇਟ ਕਲੀਅਰ ਨਹੀਂ ਕਰ ਪਾਵਾਂਗੇ। ਇਸ ਲਈ ਸਾਨੂੰ ਸ਼ੇਰ ਦੀ ਤਰ੍ਹਾਂ ਧੀਰਜ ਰੱਖ ਕੇ ਸੋਚ ਸਮਝ ਦੇ ਨਾਲ ਆਪਣਾ ਨਿਸ਼ਾਨਾ ਚੁਣਨਾ ਚਾਹੀਦਾ ਹੈ ਤੇ ਉਸੇ ਟਾਰਗੇਟ ਨੂੰ ਪ੍ਰਾਪਤ ਕਰਨ ਲਈ ਧੀਰਜ ਰੱਖਣਾ ਚਾਹੀਦਾ ਹੈ। ਇੱਕ ਸ਼ੇਰ ਭਾਵੇਂ ਸ਼ਿਕਾਰ ਚੁਣ ਕੇ ਕਰਦਾ ਹੈ, ਪਰ ਜ਼ਰੂਰਤ ਪੈਣ ਤੇ ਉਹ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ। ਉਹ ਖੁਦ ਨੂੰ ਮੇਨਟੇਨ ਰੱਖਣ ਦੇ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਪਿੱਛੇ ਨਹੀਂ ਹਟਦਾ। ਭਾਵੇਂ ਅੰਜਾਮ ਕੁਝ ਵੀ ਹੋਵੇ, ਪਰ ਉਹ ਕਿਸੇ ਵੀ ਜੰਗ ਨੂੰ ਜਿੱਤਣ ਦੇ ਲਈ ਨਿਡਰ ਹੋ ਕੇ ਤਿਆਰ ਹੁੰਦਾ ਹੈ। ਜੋ ਇਨਸਾਨ ਕਿਸੇ ਚੁਣੌਤੀ ਤੋਂ ਨਹੀਂ ਡਰਦਾ, ਚੁਣੌਤੀ ਉਸ ਤੋਂ ਡਰਨਾ ਸ਼ੁਰੂ ਕਰ ਦਿੰਦੀ ਹੈ। ਭਾਵੇਂ ਅਸੀਂ ਕਿੰਨੀ ਵੀ ਵੱਡੀ ਸਮੱਸਿਆ ਦੇ ਨਾਲ ਘਿਰੇ ਕਿਉਂ ਨਾ ਹੋਈਏ, ਭਾਵੇਂ ਸਾਡੇ ਸਾਹਮਣੇ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਕਿਉਂ ਨਾ ਹੋਣ, ਤਾਂ ਵੀ ਸਾਨੂੰ ਨਿਡਰ ਹੋ ਕੇ ਉਹਨਾਂ ਸਮੱਸਿਆਵਾਂ ਦੇ ਸਾਹਮਣੇ ਸ਼ੇਰ ਦੀ ਤਰ੍ਹਾਂ ਜ਼ੋਰ ਦੀ ਦਹਾੜ ਮਾਰਨੀ ਚਾਹੀਦੀ ਹੈ। ਜਦੋਂ ਇੱਕ ਸ਼ੇਰ ਦਹਾੜ ਮਾਰਦਾ ਹੈ ਤਾਂ ਉਸ ਦੀ ਖੌਫਨਾਕ ਆਵਾਜ਼ 8 ਕਿਲੋਮੀਟਰ ਤੱਕ ਸੁਣਾਈ ਦਿੰਦੀ ਹੈ। ਪਰ ਜਦੋਂ ਇੱਕ ਇਨਸਾਨ ਚੁਣੌਤੀਆਂ ਨੂੰ ਹਰਾਉਣ ਦੇ ਲਈ ਦਹਾੜ ਮਾਰਦਾ ਹੈ ਤਾਂ ਫਿਰ ਉਹ ਚੁਣੌਤੀਆਂ 8 ਜਨਮਾਂ ਤੱਕ ਵੀ ਉਸ ਆਦਮੀ ਦੇ ਕੋਲ ਨਹੀਂ ਆਉਂਦੀਆਂ। ਸ਼ੇਰ ਦੀ ਭਿਆਨਕ ਤੇ ਦਮਦਾਰ ਆਵਾਜ਼ ਸੁਣ ਕੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ। ਜੇਕਰ ਸ਼ੇਰ ਨੂੰ ਬਹੁਤ ਸਾਰੀਆਂ ਲੂੰਬੜੀਆਂ ਘੇਰ ਲੈਣ ਤਾਂ ਉਸ ਦੀ ਇੱਕ ਦਹਾੜ ਸੁਣ ਕੇ ਉਥੋਂ ਰਫੂ ਚੱਕਰ ਹੋ ਜਾਂਦੀਆਂ ਹਨ। ਸ਼ੇਰ ਦੀ ਦਹਾੜ ਪ੍ਰਤੀਕ ਹੈ ਨਿਡਰਤਾ ਤੇ ਦਲੇਰੀ ਦੀ, ਜੋ ਹਰ ਇਨਸਾਨ ਵਿੱਚ ਹੋਣੀ ਚਾਹੀਦੀ ਹੈ। ਆਪਣੇ ਟਾਰਗੇਟ ਦਾ ਉਦੋਂ ਤੱਕ ਪਿੱਛਾ ਕਰੋ ਜਦੋਂ ਤੱਕ ਉਸ ਨੂੰ ਹਾਸਲ ਨਾ ਕਰ ਲਵੋ। ਜਦੋਂ ਸ਼ੇਰ ਆਪਣੇ ਸ਼ਿਕਾਰ ਨੂੰ ਚੁਣ ਲੈਂਦਾ ਹੈ ਤਾਂ ਉਹ ਆਪਣੇ ਸ਼ਿਕਾਰ ਦੇ ਪਿੱਛੇ ਪੂਰੀ ਤਾਕਤ ਲਗਾ ਕੇ ਦੌੜਨਾ ਸ਼ੁਰੂ ਕਰ ਦਿੰਦਾ ਹੈ। ਫਿਰ ਸ਼ੇਰ ਨੂੰ ਇੰਨੀ ਤੇਜ਼ ਦੌੜਦਾ ਵੇਖ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਇਹੋ ਹੀ ਸ਼ੇਰ ਹੈ ਜੋ ਇੰਨੀ ਦੇਰ ਤੋਂ ਇੱਕੋ ਜਗ੍ਹਾ ਤੇ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰ ਰਿਹਾ ਸੀ। ਇੱਕ ਸ਼ੇਰ ਆਪਣੇ ਸ਼ਿਕਾਰ ਦੇ ਪਿੱਛੇ ਇਸ ਤਰ੍ਹਾਂ ਦੌੜਦਾ ਹੈ ਜਿਵੇਂ ਉਹ ਉਸ ਦੀ ਜ਼ਿੰਦਗੀ ਦੀ ਆਖਰੀ ਦੌੜ ਹੋਵੇ, ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜੇਕਰ ਉਹ ਇਹ ਸ਼ਿਕਾਰ ਨਹੀਂ ਫੜ ਪਾਇਆ ਤਾਂ ਫਿਰ ਉਸ ਵਿੱਚ ਦੂਸਰੇ ਸ਼ਿਕਾਰ ਨੂੰ ਫੜਨ ਦੀ ਤਾਕਤ ਨਹੀਂ ਬਚੇਗੀ, ਕਿਉਂਕਿ ਉਹ ਬਹੁਤ ਥੱਕ ਜਾਵੇਗਾ। ਇਸ ਲਈ ਉਹ ਆਪਣੀ ਪੂਰੀ ਜੀ ਜਾਨ ਲਾ ਦਿੰਦਾ ਹੈ ਉਸ ਸ਼ਿਕਾਰ ਨੂੰ ਫੜਨ ਦੇ ਲਈ। ਜਦੋਂ ਕੋਈ ਵੀ ਇੰਨੀ ਸ਼ਿੱਦਤ ਦੇ ਨਾਲ ਆਪਣੇ ਟਾਰਗੇਟ ਦਾ ਪਿੱਛਾ ਕਰਦਾ ਹੈ ਕਿ ਭਾਵੇਂ ਜਾਨ ਚਲੀ ਜਾਵੇ ਪਰ ਉਸ ਦਾ ਟੀਚਾ ਉਸ ਦੇ ਹੱਥੋਂ ਨਹੀਂ ਜਾਣਾ ਚਾਹੀਦਾ, ਤਾਂ ਫਿਰ ਇਸ ਬ੍ਰਹਿਮੰਡ ਦੀ ਕੋਈ ਵੀ ਤਾਕਤ ਉਸ ਨੂੰ ਆਪਣਾ ਸ਼ਿਕਾਰ ਫੜਨ ਤੋਂ ਰੋਕ ਨਹੀਂ ਸਕੇਗੀ ਤੇ ਅੰਤ ਵਿੱਚ ਸ਼ੇਰ ਨੂੰ ਆਪਣਾ ਸ਼ਿਕਾਰ ਹਾਸਲ ਹੋ ਹੀ ਜਾਂਦਾ ਹੈ। ਸਾਡੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਅਗਰ ਕੋਈ ਇਨਸਾਨ ਇੰਨੀ ਤਾਕਤ ਦੇ ਨਾਲ ਆਪਣੀ ਮੰਜ਼ਿਲ ਦਾ ਪਿੱਛਾ ਕਰਦਾ ਹੈ ਤਾਂ ਉਹ ਆਦਮੀ 100% ਆਪਣੀ ਮੰਜ਼ਿਲ ਵਿੱਚ ਸਫਲ ਹੋਵੇਗਾ। ਆਪਣੇ ਟਾਰਗੇਟ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਹੱਥ ਧੋ ਕੇ ਉਸ ਦੇ ਪਿੱਛੇ ਪੈਣਾ ਪਵੇਗਾ, ਤਾਂ ਜਾ ਕੇ ਸਾਨੂੰ ਸਾਡਾ ਟਾਰਗੇਟ ਪ੍ਰਾਪਤ ਹੋਵੇਗਾ। ਇੱਕ ਸ਼ੇਰ ਨੂੰ ਬੱਕਰੀਆਂ ਦੀ ਤਰ੍ਹਾਂ ਝੁੰਡ ਵਿੱਚ ਰਹਿਣਾ ਪਸੰਦ ਨਹੀਂ ਹੁੰਦਾ ਤੇ ਨਾ ਹੀ ਉਹ ਕੁੱਤਿਆਂ ਦੀ ਤਰ੍ਹਾਂ ਭੌਂਕਦਾ ਰਹਿੰਦਾ ਏ, ਨਾ ਹੀ ਉਸ ਨੂੰ ਭੇਡਾਂ ਦੀ ਤਰ੍ਹਾਂ ਇੱਕ ਦੂਜੇ ਦੇ ਪਿੱਛੇ ਤੁਰਨ ਦੀ ਆਦਤ ਹੁੰਦੀ ਹੈ। ਸ਼ੇਰ ਜਿੰਨੇ ਘਾਤਕ ਹੁੰਦੇ ਹਨ ਓਨੇ ਹੀ ਗੰਭੀਰ ਤੇ ਸ਼ਾਂਤ ਸੁਭਾਅ ਦੇ ਵੀ ਹੁੰਦੇ ਹਨ। ਇਕੱਲੇ ਰਹਿਣਾ ਸ਼ੇਰ ਨੂੰ ਨਾ ਸਿਰਫ ਪਸੰਦ ਹੈ ਪਰ ਉਹ ਇਕੱਲੇ ਰਹਿਣ ਤੋਂ ਡਰਦੇ ਵੀ ਨਹੀਂ। ਇਹ ਉਹਨਾਂ ਦਾ ਇਕੱਲਾਪਨ ਨਹੀਂ ਹੁੰਦਾ, ਸਗੋਂ ਉਹਨਾਂ ਦਾ ਸ਼ੇਰਪੁਣਾ ਹੁੰਦਾ ਹੈ। ਜਦੋਂ ਸ਼ੇਰ ਸ਼ਿਕਾਰ ਨਹੀਂ ਕਰ ਰਹੇ ਹੁੰਦੇ ਤਾਂ ਉਹ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਹਨ ਜਾਂ ਫਿਰ ਕਿਸੇ ਖਾਸ ਸਥਾਨ ਤੇ ਬੈਠ ਕੇ ਮਸਤੀ ਦੇ ਆਲਮ ਵਿੱਚ ਰਹਿੰਦੇ ਹਨ ਅਤੇ ਆਪਣੇ ਸਵੈਮਾਨ ਨੂੰ ਬਣਾਈ ਰੱਖਦੇ ਹਨ। ਉਸ ਨੂੰ ਕਿਸੇ ਨਾਲ ਵੀ ਬਿਨਾਂ ਮਤਲਬ ਉਲਝਣ ਦੀ ਆਦਤ ਨਹੀਂ ਹੁੰਦੀ ਤੇ ਨਾ ਹੀ ਉਹ ਕਿਸੇ ਦੂਜੇ ਜਾਨਵਰਾਂ ਨਾਲ ਇੰਨੇ ਘੁਲਦੇ ਮਿਲਦੇ ਹਨ। ਇਨਸਾਨ ਵੀ ਜੇਕਰ ਇਕਾਂਤਵਾਸ ਦਾ ਪਾਲਨ ਕਰੇ ਤੇ ਆਪਣੇ ਇਕੱਲੇਪਣ ਤੋਂ ਨਾ ਡਰੇ ਤਾਂ ਉਹ ਕੁਝ ਵੀ ਕਰ ਸਕਦਾ ਹੈ। ਅਕਸਰ ਇਹ ਹੁੰਦਾ ਹੈ ਕਿ ਅਸੀਂ ਸਮਾਜਿਕ ਜੀਵਨ ਜਿਉਂਦੇ ਇੰਨੇ ਆਦੀ ਹੋ ਜਾਂਦੇ ਹਾਂ
ਕਿ ਦੂਜਿਆਂ ਤੇ ਨਿਰਭਰ ਰਹਿਣ ਦੀ ਆਦਤ ਪੈ ਜਾਂਦੀ ਹੈ। ਜੇਕਰ ਸਾਨੂੰ ਸ਼ੇਰ ਦੀ ਤਰ੍ਹਾਂ ਇਸ ਦੁਨੀਆ ਦਾ ਰਾਜਾ ਬਣਨਾ ਹੈ ਤਾਂ ਆਪਣੇ ਸਫ਼ਰ ਤੇ ਇਕੱਲਿਆਂ ਹੀ ਚੱਲਣ ਦੀ ਆਦਤ ਤੇ ਹਿੰਮਤ ਕਰਨੀ ਪਵੇਗੀ। ਇਕੱਲਿਆਂ ਹੀ ਸਖਤ ਮਿਹਨਤ ਕਰਨੀ ਪਵੇਗੀ। ਅੰਤ ਵਿੱਚ ਇਹੋ ਕਹਿਣਾ ਚਾਹਾਂਗਾ, ਜੰਗਲ ਵਿੱਚ ਖਾਣਾ ਤਾਂ ਸਭ ਨੂੰ ਚਾਹੀਦਾ ਹੈ, ਪਰ ਸ਼ਿਕਾਰ ਹਰ ਕੋਈ ਨਹੀਂ ਕਰ ਸਕਦਾ ਤੇ ਨਾ ਹੀ ਹਰ ਕਿਸੇ ਦੇ ਵੱਸ ਦੀ ਗੱਲ ਹੁੰਦੀ ਹੈ। ਜ਼ਿੰਦਗੀ ਦੇ ਵਿੱਚ ਸਾਨੂੰ ਚਾਹੀਦਾ ਤਾਂ ਬਹੁਤ ਕੁਝ ਹੈ, ਪਰ ਮਿਹਨਤ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਿਸੇ ਨੇ ਠੀਕ ਹੀ ਕਿਹਾ ਕਿ ਅਗਰ ਸ਼ੇਰਾਂ ਦਾ ਰਾਜਾ ਕੁੱਤਾ ਹੋਵੇ ਤਾਂ ਤੁਸੀਂ ਜੰਗ ਹਾਰ ਜਾਓਗੇ, ਪਰ ਇਸ ਦੇ ਉਲਟ ਜੇਕਰ ਕੁੱਤਿਆਂ ਦਾ ਰਾਜਾ ਸ਼ੇਰ ਹੋਵੇ ਤਾਂ ਹਮੇਸ਼ਾ ਜਿੱਤ ਹੁੰਦੀ ਹੈ। ਸਾਨੂੰ ਸ਼ੇਰ ਦੇ ਸਾਰੇ ਗੁਣਾਂ ਨੂੰ ਅਪਣਾ ਕੇ ਸ਼ੇਰ ਦੀ ਤਰ੍ਹਾਂ ਹੀ ਲੀਡਰ ਬਣ ਕੇ ਆਪਣੇ ਟੀਚੇ ਨੂੰ ਪਾਉਣ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ। ਆਪਣਾ ਖਿਆਲ ਰੱਖੋ ਤੇ ਅੱਗੇ ਵਧਦੇ ਜਾਓ ਤੇ ਪੂਰੀ ਦੁਨੀਆ ਦੇ ਵਿੱਚ ਆਪਣਾ ਤੇ ਦੇਸ਼ ਦਾ ਨਾਮ ਰੌਸ਼ਨ ਕਰੋ। ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਆਪਣੇ ਚਾਹਣ ਵਾਲਿਆਂ ਨਾਲ ਅਤੇ ਮਿੱਤਰ ਪਿਆਰਿਆਂ ਨਾਲ ਜ਼ਰੂਰ ਸਾਂਝੀ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਵੋ। ਧੰਨਵਾਦ।